वाहिगुरु जी का खालसा वाहिगुरु जी की फतेह। तुसी वेख रहे हो कथा गुरबाणी विचार। प्यारी साध संगत जी, एक बार एक मनुख ने जहाज फड़ना हुंदा है। ਉਹ 에ਅਰਪੋਰਟ ਵੱਲ ਬੜੀ ਤੇਜ਼ੀ ਨਾਲ ਭੱਜ ਰਿਹਾ ਸੀ ਕਿਉਂਕਿ ਉਹ ਲੇਟ ਹੋ ਰਿਹਾ ਹੁੰਦਾ ਹੈ। 에ਅਰਪੋਰਟ ਤੇ ਜਾਂਦੇ ਹੀ ਉਸਨੇ ਕਾਗਜ਼ ਪੱਤਰਾਂ ਦੇ ਸਾਰੇ ਕੰਮ ਛੇਤੀ ਨਿਬੇੜ ਕੇ ਜਹਾਜ਼ ਵੱਲ ਭੱਜਿਆ। ਜਹਾਜ਼ ਅੰਦਰ ਪਹੁੰਚ ਕੇ ਸਮਾਨ ਰੱਖ ਕੇ ਆਪਣੀ ਸੀਟ ਵੇਖਣ ਲੱਗਾ। ਜਿੱਥੇ ਉਸਨੇ ਬੈਠਣਾ ਸੀ ਉੱਥੇ ਨਾਲ ਹੀ ਇੱਕ ਛੋਟੀ ਜਿਹੀ ਬੱਚੀ ਬੈਠੀ ਸੀ ਜੋ ਆਪਣੇ ਰੰਗਾਂ ਵਾਲੀ ਕਿਤਾਬ ਵਿੱਚ ਰੁੱਝੀ ਹੋਈ ਸੀ ਅਤੇ ਉਸ ਦੇ ਸੱਜੇ ਪਾਸੇ ਇੱਕ ਬਜ਼ੁਰਗ ਔਰਤ ਬੈਠੀ ਸੀ ਜੋ ਕਿ ਜਹਾਜ਼ ਤੋਂ ਬਾਹਰ ਵੱਲ ਵੇਖ ਰਹੀ ਸੀ। ਆਕਾਸ਼ ਵਿੱਚ ਬੱਦਲਾਂ ਦਾ ਨਜ਼ਾਰਾ ਵੇਖ ਕੇ ਖੁਸ਼ ਹੋ ਰਹੀ ਸੀ। ਉਹ ਦੋਹਾਂ ਦੇ ਵਿਚਕਾਰ ਆਪਣੀ ਸੀਟ ਤੇ ਜਾ ਕੇ ਬੈਠ ਗਿਆ। ਕੁਝ ਸਮੇਂ ਬਾਅਦ ਉਸ ਮਨੁੱਖ ਦਾ ਮਨ ਕੀਤਾ ਕਿ ਉਹ ਉਸ ਛੋਟੀ ਬੱਚੀ ਨਾਲ ਗੱਲਾਂ ਕਰੇ। ਉਸ ਮਨੁੱਖ ਨੇ ਗੱਲ ਸ਼ੁਰੂ ਕਰਦਿਆਂ ਕਿਹਾ, ਬੱਚੇ, ਤੁਹਾਡੀ ਉਮਰ ਕਿੰਨੀ ਹੈ? ਉਹ ਬੱਚੀ ਕਹਿੰਦੀ, ਜੀ 8 ਸਾਲ ਦੀ ਹਾਂ। ਫਿਰ ਉਹ ਮਨੁੱਖ ਪੁੱਛਦਾ, ਬੇਟਾ ਤੁਹਾਡੇ ਕੀ ਸ਼ੌਂਕ ਹਨ? ਉਹ ਛੋਟੀ ਬੱਚੀ ਕਹਿੰਦੀ, ਜੀ ਖੇਡਣਾ ਅਤੇ ਡਰਾਇੰਗ ਕਰਨਾ। ਫਿਰ ਉਸ ਮਨੁੱਖ ਨੇ ਉਸ ਬੱਚੀ ਨੂੰ ਪੁੱਛਿਆ ਕਿ ਬੱਚੇ ਤੁਹਾਡਾ ਮਨਪਸੰਦ ਜਾਨਵਰ ਕਿਹੜਾ ਹੈ? ਉਹ ਬੱਚੀ ਥੋੜਾ ਹਿਚਕਚਾ ਕੇ ਬੋਲੀ, ਵੈਸੇ ਤਾਂ ਕੁੱਤੇ ਵੀ ਕਾਫੀ ਸੋਹਣੇ ਲੱਗਦੇ ਹਨ ਪਰ ਮੈਨੂੰ ਬਿੱਲੀ ਬਹੁਤ ਪਸੰਦ ਹੈ। ਉਹਨਾਂ ਦੋਹਾਂ ਦੀਆਂ ਗੱਲਾਂ ਕਰਦਿਆਂ ਜਹਾਜ਼ ਵਿੱਚ ਝਟਕੇ ਮਹਿਸੂਸ ਹੋਣ ਲੱਗੇ। ਇੰਨੇ ਸਮੇਂ ਵਿੱਚ ਜਹਾਜ਼ ਦੇ ਸਟਾਫ ਵਿੱਚੋਂ ਇੱਕ ਮੈਂਬਰ ਆ ਕੇ ਕਹਿੰਦਾ ਵੀ ਮੌਸਮ ਖਰਾਬ ਹੋਣ ਕਰਕੇ ਜਹਾਜ਼ ਝਟਕੇ ਮਹਿਸੂਸ ਕਰਾ ਰਿਹਾ ਹੈ। ਤੁਸੀਂ ਆਪਣੀਆਂ ਸੀਟ ਬੈਲਟਾਂ ਬੰਨ੍ਹ ਲਵੋ। ਸਭ ਨੇ ਸੀਟ ਬੈਲਟਾਂ ਬੰਨ੍ਹਣ ਤੋਂ ਬਾਅਦ ਸਭ ਬਹੁਤ ਡਰ ਰਹੇ ਸੀ ਜਹਾਜ਼ ਦੇ ਝਟਕੇ ਮਾਰਨ ਕਰਕੇ। ਉਹ ਮਨੁੱਖ ਵੀ ਕਾਫੀ ਡਰ ਗਿਆ ਸੀ। ਜਹਾਜ਼ ਵਿੱਚ ਬੈਠੇ ਯਾਤਰੀਆਂ ਵਿੱਚੋਂ ਕੁਝ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਲੋਕ ਵਾਹਿਗੁਰੂ ਅੱਗੇ ਅਰਦਾਸਾਂ ਕਰਨ ਲੱਗੇ। ਨਾਲ ਹੀ ਉਹ ਬਜ਼ੁਰਗ ਔਰਤ ਵੀ ਸਭ ਦੇ ਨਾਲ ਮਿਲ ਕੇ ਅਰਦਾਸ ਕਰਨ ਲੱਗੀ। ਉਸ ਵਿਅਕਤੀ ਨੇ ਵੀ ਆਪਣੀ ਸੀਟ ਬੈਲਟ ਟਾਈਟ ਕਰਕੇ ਬੰਨ੍ਹ ਲਈ ਅਤੇ ਸਿੱਧਾ ਹੋ ਕੇ ਬੈਠ ਗਿਆ। ਅਚਾਨਕ ਹੀ ਉਸ ਦੀ ਨਿਗਾਹ ਉਸ ਬੱਚੀ ਤੇ ਪਈ ਜੋ ਉਸ ਦੇ ਨਾਲ ਬੈਠੀ ਸੀ। ਉਸ ਬੱਚੀ ਨੇ ਆਪਣੇ ਰੰਗਾਂ ਵਾਲੀ ਕਿਤਾਬ ਅਤੇ ਰੰਗ ਸੰਭਾਲ ਕੇ ਬੈਗ ਵਿੱਚ ਰੱਖ ਦਿੱਤੇ ਅਤੇ ਫਿਰ ਉਹ ਆਰਾਮ ਨਾਲ ਬੈਠ ਗਈ। ਕੁਝ ਸਮੇਂ ਬਾਅਦ ਸਟਾਫ ਦਾ ਮੈਂਬਰ ਫਿਰ ਆਇਆ ਅਤੇ ਕਹਿੰਦਾ, ਤੁਹਾਨੂੰ ਜੋ ਪਰੇਸ਼ਾਨੀ ਹੋਈ ਹੈ ਉਸ ਲਈ ਅਸੀਂ ਮਾਫੀ ਚਾਹੁੰਦੇ ਹਾਂ। ਇਹ ਸਭ ਮੌਸਮ ਦੀ ਖਰਾਬੀ ਕਾਰਨ ਹੋ ਰਿਹਾ ਸੀ। ਹੁਣ ਸਭ ਠੀਕ ਹੈ। ਕੁਝ ਸਮੇਂ ਤੱਕ ਜਹਾਜ਼ ਮੰਜ਼ਿਲ ਤੇ ਪਹੁੰਚ ਜਾਏਗਾ। ਫਿਰ ਉਸ ਮਨੁੱਖ ਨੇ ਉਸ ਬੱਚੀ ਨੂੰ ਕਿਹਾ ਕਿ ਬੱਚੇ, ਤੁਸੀਂ ਬਹੁਤ ਹਿੰਮਤ ਵਾਲੇ ਹੋ। ਮੈਂ ਕਦੇ ਵੀ ਤੁਹਾਡੇ ਵਰਗਾ ਨਿਰਭਉ ਬੱਚਾ ਆਪਣੀ ਜ਼ਿੰਦਗੀ ਵਿੱਚ ਨਹੀਂ ਵੇਖਿਆ। ਉਹ ਮਨੁੱਖ ਉਸ ਬੱਚੀ ਨੂੰ ਪੁੱਛਦਾ ਕਿ ਤੁਸੀਂ ਜਹਾਜ਼ ਵਿੱਚ ਇੰਨੇ ਸ਼ਾਂਤ ਕਿਵੇਂ ਬੈਠੇ ਰਹੇ ਜਦੋਂ ਝਟਕੇ ਲੱਗ ਰਹੇ ਸੀ ਅਤੇ ਦੂਜੇ ਪਾਸੇ ਸਾਰੇ ਲੋਕ ਡਰੇ ਹੋਏ ਸਨ? ਤਾਂ ਉਸ ਬੱਚੀ ਨੇ ਕਿਹਾ ਕਿ ਮੇਰੇ ਪਿਤਾ ਜੀ ਇਹ ਜਹਾਜ਼ ਉਡਾ ਰਹੇ ਨੇ। ਮੇਰੇ ਪਿਤਾ ਮੈਨੂੰ ਘਰ ਲੈ ਜਾ ਰਹੇ ਨੇ। ਮੈਨੂੰ ਪੂਰਾ ਯਕੀਨ ਹੈ ਆਪਣੇ ਪਿਤਾ ਉੱਪਰ। ਫਿਰ ਮੈਂ ਡਰਾਂ ਕਿਉਂ? ਇਹ ਗੱਲ ਹੈ ਪਿਆਰਿਓ ਵਿਸ਼ਵਾਸ ਦੀ। ਇਹ ਹੁੰਦੀ ਹੈ ਵਿਸ਼ਵਾਸ ਦੀ ਤਾਕਤ। ਜੇਕਰ ਅਸੀਂ ਆਪਣੀ ਵਿਸ਼ਵਾਸ ਦੀ ਤਾਕਤ ਨੂੰ ਪਹਿਚਾਨ ਲਿਆ ਤਾਂ ਤੁਸੀਂ ਖੁਦ ਦੇਖੋਗੇ ਕਿ ਜ਼ਿੰਦਗੀ ਵਿੱਚ ਜਾਦੂ ਵੀ ਹੋਣੇ ਸ਼ੁਰੂ ਹੋ ਜਾਣਗੇ। ਉਹ ਕੰਮ ਜਿਨ੍ਹਾਂ ਤੇ ਅਸੀਂ ਯਕੀਨ ਵੀ ਨਹੀਂ ਕਰ ਸਕਦੇ। ਜਿੰਨਾ ਮਰਜ਼ੀ ਆਪਣੀ ਜ਼ਿੰਦਗੀ ਵਿੱਚ ਸਖਤ ਸਮਾਂ ਆਵੇ ਤਾਂ ਯਾਦ ਰੱਖਿਓ ਕਿ ਆਪਣੀ ਜ਼ਿੰਦਗੀ ਦੇ ਜਹਾਜ਼ ਨੂੰ ਵੀ ਕੋਈ ਚਲਾ ਰਿਹਾ ਹੈ। ਉਹ ਹੈ ਵਾਹਿਗੁਰੂ, ਜਿਸ ਤੇ ਸਾਡਾ ਵਿਸ਼ਵਾਸ ਮਜ਼ਬੂਤ ਹੋਣਾ ਚਾਹੀਦਾ ਹੈ। ਜਦੋਂ ਉਸ ਪ੍ਰਮਾਤਮਾ ਦੇ ਹੱਥ ਵਿੱਚ ਡੋਰ ਹੈ ਤਾਂ ਸਾਨੂੰ ਕਿਸੇ ਗੱਲੋਂ ਘਬਰਾਉਣ ਦੀ ਲੋੜ ਨਹੀਂ। ਸਾਨੂੰ ਉਸ ਪ੍ਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਉਹ ਸਾਨੂੰ ਕਦੇ ਵੀ ਕਿਸੇ ਪਰੇਸ਼ਾਨੀ ਵਿੱਚ ਇਕੱਲਾ ਨਹੀਂ ਛੱਡੇਗਾ।
ਜੇਕਰ ਸਾਡਾ ਇੱਕ ਰਾਹ ਬੰਦ ਹੋਏਗਾ ਤਾਂ ਦੂਜਾ ਰਾਹ ਉਹ ਜ਼ਰੂਰ ਖੋਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।